ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸਾਡੇ ਇਸ ਚੈਨਲ ਉੱਪਰ। ਤੇ ਅੱਜ ਅਸੀਂ ਗੱਲ ਕਰਾਂਗੇ ਛੰਦ ਪ੍ਰਬੰਧ ਬਾਰੇ ਕਿ ਛੰਦ ਪ੍ਰਬੰਧ ਕੀ ਹੁੰਦਾ ਗਾ। ਤਾਂ ਜਿਹੜਾ ਛੰਦ ਆ ਉਹ ਕਵਿਤਾ ਦਾ ਇੱਕ ਖਾਸ ਤੱਤ ਹੈ। ਵੱਖ-ਵੱਖ ਤੱਤ ਹੁੰਦੇ ਨੇ ਕਵਿਤਾ ਦੇ ਵਿੱਚ, ਤਾਂ ਉਹਨਾਂ ਵਿੱਚੋਂ ਇੱਕ ਖਾਸ ਤੱਤ ਹੈ ਕਵਿਤਾ ਦਾ ਛੰਦ। ਸੰਸਾਰ ਦੇ ਹਰ ਸਾਹਿਤ ਵਿੱਚ ਛੰਦ ਸੰਬੰਧੀ ਚਰਚਾ ਵੇਖਣ ਨੂੰ ਮਿਲਦੀ ਆ ਤੇ ਭਾਰਤੀ ਸਾਹਿਤ ਵਿੱਚ ਵੀ ਛੰਦ ਦਾ ਵਿਸ਼ੇਸ਼ ਮਹੱਤਵ ਰਿਹਾ ਗਾ। ਭਾਰਤ ਵਿੱਚ ਛੰਦ ਵਿੱਦਿਆ ਦਾ ਜੇ ਅਸੀਂ ਇਤਿਹਾਸ ਦੇਖੀਏ ਤਾਂ ਸਾਡੇ ਕੋਲ ਸਭ ਤੋਂ ਜਿਹੜਾ ਪ੍ਰਾਚੀਨ ਗ੍ਰੰਥ ਆ ਉਹ ਛੰਦ ਸੂਤਰ ਹੈ, ਜੋ ਕਿ ਪਿੰਗਲ ਰਿਸ਼ੀ ਨੇ ਰਚਿਆ ਗਾ। ਇਸੇ ਗ੍ਰੰਥ ਦੇ ਆਧਾਰ ਉੱਪਰ ਹੀ ਸਾਡਾ ਸਾਰਾ ਛੰਦ ਸ਼ਾਸਤਰ ਉਸਰਦਾ ਗਾ ਤੇ ਪਿੰਗਲ ਰਿਸ਼ੀ ਦੁਆਰਾ ਰਚਿਆ ਹੋਣ ਕਰਕੇ ਅਸੀਂ ਇਸ ਨੂੰ ਪਿੰਗਲ ਸ਼ਾਸਤਰ ਵੀ ਕਹਿ ਦਿੰਦੇ ਹਾਂ। ਤਾਂ ਕਵਿਤਾ ਦੇ ਵਿੱਚ ਜਿਹੜੇ ਵੱਖ-ਵੱਖ ਤੱਤ ਹੁੰਦੇ ਨੇ ਉਹ ਸਾਰੇ ਹੀ ਇਸ ਦਾ ਅਹਿਮ ਹਿੱਸਾ ਹੁੰਦੇ ਨੇ, ਪਰੰਤੂ ਜਿਹੜੀ ਸਾਡੀ ਪੁਰਾਤਨ ਕਾਲ ਅਤੇ ਮੱਧਕਾਲ ਦੀ ਕਵਿਤਾ ਗੀ ਉਸ ਦੀ ਛੰਦ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਕਹਿਣ ਦਾ ਭਾਵ ਹੈ ਕਿ ਛੰਦ ਉਸ ਦਾ ਬਹੁਤ ਹੀ ਜ਼ਰੂਰੀ ਹਿੱਸਾ ਹੁੰਦਾ ਸੀ। ਆਧੁਨਿਕ ਕਾਲ ਵਿੱਚ ਪਹੁੰਚ ਕੇ ਭਾਵੇਂ ਛੰਦਾਬੰਦੀ ਤੋਂ ਮੁਕਤ ਕਵਿਤਾ ਜਾਂ ਖੁੱਲ੍ਹੀ ਕਵਿਤਾ ਦਾ ਰੁਝਾਨ ਵੱਧ ਗਿਆ, ਪਰੰਤੂ ਇਸ ਕਵਿਤਾ ਨੂੰ ਵੀ ਅਸੀਂ ਛੰਦਾਬੰਦੀ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਆਖ ਸਕਦੇ। ਇਸ ਕਵਿਤਾ ਦੇ ਵਿੱਚ ਇੱਕ ਖਾਸ ਲੈਅ, ਵਜ਼ਨ, ਤੋਲ ਤੇ ਤੁਕਾਂਤ ਮੇਲ ਵੇਖਣ ਨੂੰ ਮਿਲਦਾ ਗਾ, ਜੋ ਕਿ ਛੰਦ ਦੇ ਹੀ ਅੰਗ ਨੇ। ਹੁਣ ਜੇ ਅਸੀਂ ਨੈਕਸਟ ਗੱਲ ਕਰੀਏ ਤਾਂ ਕਵਿਤਾ ਇੱਕ ਭਾਵਮਈ ਰਚਨਾ ਹੁੰਦੀ ਹੈ। ਕਹਿਣ ਦਾ ਭਾਵ ਹੈ ਕਿ ਕੋਈ ਕਵੀ ਆਪਣੇ ਮਨ ਦੇ ਭਾਵਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਲਈ ਕਵਿਤਾ ਰਚਦਾ ਗਾ ਤੇ ਉਸਨੂੰ ਜਿਹੜੇ ਇਹ ਭਾਵ ਹੁੰਦੇ ਨੇ ਉਹਨਾਂ ਨੂੰ ਤੇਜ਼ ਕਰਨ ਲਈ, ਉਹਨਾਂ ਨੂੰ ਪ੍ਰਚੰਡ ਕਰਨ ਲਈ ਕਈ ਪ੍ਰਕਾਰ ਦੀਆਂ ਜੁਗਤਾਂ ਤੇ ਸਾਧਨ ਵਰਤਣੇ ਪੈਂਦੇ ਨੇ, ਜਿਨ੍ਹਾਂ ਵਿੱਚ ਅਲੰਕਾਰ, ਬਿੰਬ, ਚਿੰਨ੍ਹ, ਪ੍ਰਤੀਕ ਤੇ ਛੰਦ ਸ਼ਾਮਲ ਹੈ। ਤਾਂ ਛੰਦ ਦੀ ਜੁਗਤ ਜਿਹੜੀ ਇਹਨਾਂ 'ਚੋਂ ਬਹੁਤ ਪ੍ਰਭਾਵਸ਼ਾਲੀ ਹੈ। ਛੰਦਾਬੰਦੀ ਦੁਆਰਾ ਕਵਿਤਾ ਵਿਚਲੇ ਭਾਵਾਂ ਤੇ ਖਿਆਲਾਂ ਨੂੰ ਪ੍ਰਚੰਡ ਕੀਤਾ ਜਾਂਦਾ ਹੈ ਤੇ ਜਿਸ ਨਾਲ ਕਵਿਤਾ ਰਸਮਈ ਬਣ ਜਾਂਦੀ ਹੈ ਤੇ ਉਹਦੇ ਵਿੱਚ ਤਾਜ਼ਗੀ ਤੇ ਸੱਜਰਾਪਣ ਵੇਖਣ ਨੂੰ ਮਿਲਦਾ ਗਾ। ਤਾਂ ਹੁਣ ਜੇ ਅਸੀਂ ਨੈਕਸਟ ਗੱਲ ਕਰੀਏ ਕਿ ਛੰਦ ਜਾਂ ਛੰਦਾਬੰਦੀ ਅਸਲ ਵਿੱਚ ਹੁੰਦੀ ਕੀ ਹੈ, ਤਾਂ ਛੰਦਬੱਧ ਕਵਿਤਾ ਵਿੱਚ ਉਹਦੀਆਂ ਤੁਕਾਂ ਦੇ ਵਿੱਚ ਵਜ਼ਨ, ਤੋਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਅਜਿਹੀ ਕਵਿਤਾ ਇੱਕ ਖਾਸ ਲੈਅ ਅਤੇ ਤੋਲ ਤੁਕਾਂਤ ਵੇਖਣ ਨੂੰ ਮਿਲਦਾ ਹੈ। ਛੰਦ ਦਾ ਸੰਬੰਧ ਤੋਲ ਤੁਕਾਂਤ ਨਾਲ ਵੇਖਣ ਨੂੰ ਮਿਲਦਾ ਹੈ। ਛੰਦ ਅੱਖਰਾਂ ਜਾਂ ਵਰਨਾਂ ਦੀ ਖਾਸ ਗਿਣਤੀ ਮਿਣਤੀ ਉੱਪਰ ਵੀ ਆਧਾਰਿਤ ਹੈ। ਕਹਿਣ ਦਾ ਭਾਵ ਹੈ ਜਿਹੜੀ ਛੰਦਾਬੰਦੀ ਵਾਲੀ ਕਵਿਤਾ ਹੋਵੇਗੀ ਉਸਦੇ ਵਿੱਚ ਵਰਨਾਂ ਜਾਂ ਮਾਤਰਾ ਦੀ ਗਿਣਤੀ ਨੂੰ ਧਿਆਨ ਵਿੱਚ ਰੱਖ ਕੇ ਕਵਿਤਾ ਰਚੀ ਜਾਂਦੀ ਹੈ। ਜਿੰਨੀ ਇੱਕ ਤੁਕ ਜਾਂ ਇੱਕ ਸਤਰ ਵਿੱਚ ਜਿੰਨੇ ਵਰਨ ਆਉਣਗੇ ਜਾਂ ਜਿੰਨੀਆਂ ਮਾਤਰਾ ਆਉਣਗੀਆਂ, ਦੂਸਰੀਆਂ ਸਤਰਾਂ ਦੇ ਵਿੱਚ ਵੀ ਉਨੇ ਹੀ ਵਰਨ ਜਾਂ ਮਾਤਰਾ ਆਉਣਗੀਆਂ ਤੇ ਨਾਲ ਹੀ ਇਹਦੇ ਵਿੱਚ ਖਾਸ ਤਰ੍ਹਾਂ ਦੇ ਤੋਲ ਤੁਕਾਂਤ ਸਾਨੂੰ ਵੇਖਣ ਨੂੰ ਮਿਲਦਾ ਗਾ। ਇੱਕ ਖਾਸ ਲੈਅ ਹੁੰਦੀ ਹੈ ਕਵਿਤਾ ਦੇ ਵਿੱਚ। ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਤੋਲ ਤੁਕਾਂਤ ਵਿੱਚ ਲਿਖਿਆ ਹਰ ਵਾਕ ਹੀ ਛੰਦ ਦਾ ਰੂਪ ਹੈ ਤੇ ਜੇ ਅਸੀਂ ਨਿਸ਼ਚਿਤ ਇੱਕ ਪਰਿਭਾਸ਼ਾ ਦੇਣੀ ਹੋਵੇ ਛੰਦਾਬੰਦੀ ਦੀ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਵਿਤਾ ਵਿੱਚ ਮਾਤਰਾ ਜਾਂ ਵਰਨਾਂ ਦੀ ਖਾਸ ਵਿਉਂਤ ਨਾਲ ਜੋ ਸੁਰ, ਤਾਲ ਅਤੇ ਤੁਕਾਂਤ ਮੇਲ ਹੁੰਦਾ ਹੈ ਉਹ ਛੰਦ ਹੈ। ਕਹਿਣ ਦਾ ਭਾਵ ਹੈ ਕਿ ਮਾਤਰਾ ਜਾਂ ਵਰਨਾਂ ਨੂੰ ਇੱਕ ਖਾਸ ਤਰਤੀਬ, ਖਾਸ ਗਿਣਤੀ ਮਿਣਤੀ ਅਸੀਂ ਦੇ ਕੇ ਜਦੋਂ ਕਵਿਤਾ ਵਿੱਚ ਪੇਸ਼ ਕਰਦੇ ਹਾਂ ਤਾਂ ਉਹ ਛੰਦ ਯੁਕਤ ਕਵਿਤਾ ਹੁੰਦੀ ਹੈ। ਤਾਂ ਇਸ ਤਰ੍ਹਾਂ ਛੰਦ ਦਾ ਸੰਬੰਧ ਮਾਤਰਾ ਤੇ ਵਰਨਾਂ ਦੀ ਗਿਣਤੀ, ਮਿਣਤੀ ਅਤੇ ਵਜ਼ਨ, ਤੋਲ, ਤੁਕਾਂਤ ਨਾਲ ਹੁੰਦਾ ਹੈ। ਜਿਸ ਕਾਵਿ ਰਚਨਾ ਵਿੱਚ ਮਾਤਰਾ, ਵਰਨ, ਗਣ, ਵਿਸ਼ਰਾਮ, ਤੁਕਾਂਤ ਆਦਿ ਦੀ ਪਾਬੰਦੀ ਹੋਵੇ ਉਹ ਛੰਦ ਯੁਕਤ ਕਵਿਤਾ ਹੁੰਦੀ ਹੈ। ਤਾਂ ਹੁਣ ਜਿਹੜੇ ਸਾਡੇ ਕੋਲੇ ਕੁਝ ਕਨਸੈਪਟ ਆਏ ਨੇ, ਜਿਵੇਂ ਵਰਨ, ਮਾਤਰਾ, ਲਘੂ, ਗੁਰੂ, ਵਿਸ਼ਰਾਮ, ਤੁਕਾਂਤ, ਇਹ ਸਭ ਕੀ ਹੁੰਦੇ ਨੇ, ਅਸੀਂ ਇਹਦੇ ਬਾਰੇ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵਰਨ। ਅਸੀਂ ਕਿਹਾ ਗਾ ਕਿ ਕਵਿਤਾ ਦੀ ਇੱਕ ਤੁਕ ਜਾਂ ਇੱਕ ਸਤਰ ਵਿੱਚ ਜਿੰਨੇ ਵਰਨ ਆਉਣੇ ਚਾਹੀਦੇ ਨੇ, ਦੂਸਰੀ ਤੁਕ ਵਿੱਚ ਵੀ ਉਨੇ ਹੀ ਵਰਨ ਆਉਣੇ ਚਾਹੀਦੇ ਨੇ। ਤਾਂ ਵਰਨ ਕੀ ਹੁੰਦਾ? ਵਰਨ ਗੁਰਮੁਖੀ ਦੇ ਅੱਖਰਾਂ ਨੂੰ ਕਿਹਾ ਜਾਂਦਾ। ਛੰਦਾਬੰਦੀ ਵਿੱਚ ਗੁਰਮੁਖੀ ਵਰਨਮਾਲਾ ਦੇ ਹਰ ਅੱਖਰ ਨੂੰ ਹੀ ਵਰਨ ਕਿਹਾ ਜਾਂਦਾ ਹੈ। ਗੁਰਮੁਖੀ ਦੇ ਜਿਹੜੇ ਅੱਖਰ ਨੇ ਜਿਵੇਂ ਕੱਕਾ, ਖੱਖਾ, ਗੱਗਾ, ਇਹ ਸਾਰੇ ਛੰਦਾਬੰਦੀ ਵਿੱਚ ਵਰਨ ਇਹਨਾਂ ਨੂੰ ਕਿਹਾ ਜਾਂਦਾ ਗਾ। ਤੇ ਨੈਕਸਟ ਜੇ ਅਸੀਂ ਦੇਖੀਏ ਤਾਂ ਲਗਾਂ ਬਾਰੇ। ਲਗਾਂ ਗੁਰਮੁਖੀ ਵਰਨਮਾਲਾ ਦੇ ਹਰ ਅੱਖਰ ਦੇ ਨਾਲ ਲਗਾਂ ਵੀ ਲੱਗਦੀਆਂ ਨੇ, ਜਿਨ੍ਹਾਂ ਵਿੱਚ ਕੀ ਜਿਵੇਂ ਅਸੀਂ ਦੇਖੀਏ ਕਿ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਲੈਂਕੜ, ਲਾਵਾਂ, ਦਲਾਵਾਂ, ਹੋੜਾ, ਕਨੌੜਾ ਜਾਂ ਬਿੰਦੀ, ਟਿੱਪੀ, ਅਧਕ, ਇਹ ਸਾਰੀਆਂ ਸਾਡੇ ਕੋਲ ਲਗਾਂ ਨੇ। ਤੇ ਛੰਦਾਬੰਦੀ ਦੇ ਵਿੱਚ ਜਿਹੜੇ ਵਰਨਿਕ ਛੰਦ ਨੇ ਉਹਨਾਂ ਵਿੱਚ ਸਿਰਫ ਅੱਖਰਾਂ ਦੀ ਜਾਂ ਵਰਨਾਂ ਦੀ ਗਿਣਤੀ ਕੀਤੀ ਜਾਂਦੀ ਹੈ, ਪਰੰਤੂ ਜਿਹੜੇ ਮਾਤਰਕ ਛੰਦ ਨੇ ਉਹਨਾਂ ਦੇ ਵਿੱਚ ਅੱਖਰਾਂ ਦੇ ਨਾਲ ਨਾਲ ਇਹ ਮਾਤਰਾ ਦੀ ਗਿਣਤੀ ਵੀ ਅਸੀਂ ਕਰਦੇ ਹਾਂ। ਤਾਂ ਇਹਨਾਂ ਲਗਾਂ ਦੇ ਜੋੜ ਨਾਲ ਵਰਨ ਦੀ ਆਵਾਜ਼ ਵੱਧ ਜਾਂਦੀ ਹੈ। ਜਿਸ ਅੱਖਰ ਨਾਲ ਕੋਈ ਲਗ ਨਾ ਲੱਗੀ ਹੋਵੇ ਉਸਨੂੰ ਮੁਕਤਾ ਕਹਿ ਦਿੰਦੇ ਨੇ। ਜਿਵੇਂ ਸਾਡੇ ਕੋਲ ਇੱਕ ਸ਼ਬਦ ਹੈ ਚਰਨ, ਤਾਂ ਇਸ ਦੇ ਵਿੱਚ ਜਿਹੜੇ ਤਿੰਨੇ ਅੱਖਰ ਨੇ ਉਹ ਮੁਕਤੇ ਨੇ। ਤਾਂ ਨੈਕਸਟ ਅਸੀਂ ਜੇ ਗੱਲ ਕਰੀਏ ਤਾਂ ਮਾਤਰਾ ਬਾਰੇ ਗੱਲ ਕਰਦੇ ਹਾਂ। ਤਾਂ ਮਾਤਰਾ ਕੀ ਹੈ ਕਿ ਮਾਤਰਾ ਕਿਸੇ ਵਰਨ ਦੇ ਉਚਾਰਨ
ਕਰਨ ਸਮੇਂ ਜਿਹੜਾ ਸਮਾਂ ਲੱਗਦਾ ਗਾ ਉਸਨੂੰ ਮਾਤਰਾ ਆਖਿਆ ਜਾਂਦਾ ਹੈ। ਛੰਦਾਬੰਦੀ ਵਿੱਚ ਅੱਖਰਾਂ ਦੀਆਂ ਮਾਤਰਾਵਾਂ ਦੀ ਗਿਣਤੀ ਕੀਤੀ ਜਾਂਦੀ ਹੈ ਤੇ ਮਾਤਰਾ ਦੋ ਕਿਸਮ ਦੀ ਹੁੰਦੀ ਹੈ, ਲਘੂ ਤੇ ਗੁਰੂ। ਤਾਂ ਮਾਤਰਾ ਕੀ ਹੈ? ਕਿਸੇ ਵਰਨ ਦੇ ਉਚਾਰਨ ਕਰਨ ਵਿੱਚ ਜਿੰਨਾ ਸਮਾਂ ਲੱਗਦਾ ਗਾ ਉਸਨੂੰ ਅਸੀਂ ਮਾਤਰਾ ਕਹਿ ਦਿੰਦੇ ਹਾਂ। ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਕਵਿਤਾ ਰਚ ਰਹੇ ਹਾਂ ਤਾਂ ਉਸਦੀ ਇੱਕ ਤੁਕ ਨੂੰ ਉਚਾਰਨ ਕਰਨ ਵਿੱਚ ਜਿੰਨਾ ਸਮਾਂ ਲੱਗੇਗਾ ਤਾਂ ਦੂਜੀ ਤੁਕ ਨੂੰ ਉਚਾਰਨ ਕਰਨ ਵਿੱਚ ਵੀ ਓਨਾ ਹੀ ਸਮਾਂ ਲੱਗਣਾ ਚਾਹੀਦਾ। ਕਹਿਣ ਦਾ ਭਾਵ ਹੈ ਕਿ ਇੱਕ ਤੁਕ ਦੇ ਵਿੱਚ ਜਿਹੜੇ ਅੱਖਰ ਨੇ ਜਾਂ ਵਰਨ ਨੇ ਤੇ ਉਸ ਦੇ ਨਾਲ ਜੋ ਲਗਾ ਮਾਤਰਾ ਲੱਗੀਆਂ ਹੋਈਆਂ ਨੇ ਉਹ ਸਾਰੀਆਂ ਇੱਕ ਨਿਸ਼ਚਿਤ ਤਰਤੀਬ ਵਿੱਚ ਹੋਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਕਵਿਤਾ ਦੀ ਤੁਕ ਦੇ ਉਚਾਰਨ ਵਿੱਚ ਜਿੰਨਾ ਸਮਾਂ ਲੱਗੇਗਾ ਉਨਾ ਹੀ ਦੂਜੀ ਤੁਕ ਦੇ ਉਚਾਰਨ ਵਿੱਚ ਵੀ ਲੱਗੇ। ਤਾਂ ਮਾਤਰਾ ਦੇ ਦੋ ਭੇਦ ਨੇ, ਦੋ ਪ੍ਰਕਾਰ ਦੀ ਹੁੰਦੀ ਹੈ, ਲਘੂ ਤੇ ਗੁਰੂ ਮਾਤਰਾ। ਲਘੂ ਦਾ ਅਰਥ ਹੈ ਛੋਟੀ ਅਤੇ ਗੁਰੂ ਦਾ ਅਰਥ ਹੈ ਵੱਡੀ ਮਾਤਰਾ। ਗੁਰਮੁਖੀ ਦੇ ਮੁਕਤੇ ਅੱਖਰਾਂ ਅਤੇ ਲਗਾਂ ਵਾਲੇ ਅੱਖਰਾਂ ਦੀ ਮਾਤਰਾ ਗਿਣੀਆਂ ਜਾਂਦੀਆਂ ਨੇ। ਲਘੂ ਵਰਨ ਦੀ ਇੱਕ ਮਾਤਰਾ ਹੁੰਦੀ ਹੈ ਤੇ ਗੁਰੂ ਦੀਆਂ ਦੋ ਮਾਤਰਾ ਹੁੰਦੀਆਂ ਨੇ। ਛੰਦਾਬੰਦੀ ਵਿੱਚ ਲਘੂ ਵਰਨਾਂ ਤੇ ਗੁਰੂ ਵਰਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਤਾਂ ਅਸੀਂ ਦੇਖਦੇ ਹਾਂ ਕਿ ਇਹਨਾਂ ਨੂੰ ਅਸੀਂ ਛੰਦ ਦੇ ਵਿੱਚ ਗਿਣਨਾ ਕਿਸ ਤਰ੍ਹਾਂ ਹੈ। ਜਦੋਂ ਅਸੀਂ ਛੰਦਾਬੰਦੀ ਵਾਲੀ ਕਵਿਤਾ ਦੇ ਵਿੱਚ ਮਾਤਰਕ ਛੰਦ ਦੇ ਵਿੱਚ ਇਹਨਾਂ ਦੀ ਗਿਣਤੀ ਕਰਨੀ ਹੈ ਤਾਂ ਉਹ ਕਿਵੇਂ ਕਰਨੀ ਹੈ ਗਿਣਤੀ? ਤਾਂ ਜਿਹੜੇ ਅੱਖਰ ਮੁਕਤੇ ਹੋਣ, ਜਿਵੇਂ ਕੱਕਾ, ਖੱਖਾ, ਗੱਗਾ, ਕੱਲੇ ਕੱਲੇ ਅੱਖਰ ਆਉਂਦੇ ਨੇ ਬਿਨਾਂ ਕਿਸੇ ਲਗ ਮਾਤਰਾ ਤੋਂ, ਬਿਨਾਂ ਕਿਸੇ ਸਿਹਾਰੀ ਬਿਹਾਰੀ ਤੋਂ, ਉਹਨਾਂ ਨੂੰ ਅਸੀਂ ਲਘੂ ਵਰਨਾਂ ਦੇ ਵਿੱਚ ਰੱਖਣਾ। ਇੱਕ ਜਿਨ੍ਹਾਂ ਨਾਲ ਸਿਹਾਰੀ ਲੱਗੀ ਹੋਵੇ, ਸਿਹਾਰੀ ਵਾਲੇ ਵਰਨ ਨੇ, ਜਿਵੇਂ ਚੱਚੇ ਨੂੰ ਸਿਹਾਰੀ ਲੱਗੀ ਹੈ, ਛੱਛੇ ਨੂੰ। ਇੱਕ ਜਿਹੜੇ ਔਂਕੜ ਵਾਲੇ ਵਰਨ ਨੇ ਇਹਨਾਂ ਨੂੰ ਅਸੀਂ ਲਘੂ ਵਰਨਾਂ ਦੇ ਵਿੱਚ ਰੱਖਣਾ। ਕਹਿਣ ਦਾ ਭਾਵ ਹੈ ਕਿ ਜਿਨ੍ਹਾਂ ਅੱਖਰਾਂ ਦੇ ਨਾਲ ਸਿਹਾਰੀ ਜਾਂ ਔਂਕੜ ਲੱਗਿਆ ਹੋਵੇ ਅਤੇ ਜਾਂ ਕੋਈ ਮੁਕਤਾ ਅੱਖਰ ਆਉਂਦਾ ਇਕੱਲਾ ਤਾਂ ਉਸਨੂੰ ਅਸੀਂ ਲਘੂ ਮਾਤਰਾ ਕਹਿ ਦਿੰਦੇ ਹਾਂ ਤੇ ਉਸਦੀ ਮਾਤਰਾ ਇੱਕ ਗਿਣੀ ਜਾਂਦੀ ਹੈ। ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਸੀਗਾ ਕਿ ਲਘੂ ਜਿਹੜੇ ਵਰਨ ਆ ਉਹਨਾਂ ਦੀ ਇੱਕ ਮਾਤਰਾ ਗਿਣੀ ਹੁੰਦੀ ਹੈ ਤੇ ਗੁਰੂ ਦੀ ਦੋ ਮਾਤਰਾ ਗਿਣੀਆਂ ਜਾਂਦੀਆਂ ਨੇ। ਜਦੋਂ ਅਸੀਂ ਛੰਦਾਬੰਦੀ ਦੇ ਵਿੱਚ ਗਿਣਤੀ ਕਰਨੀ ਹੈ ਤਾਂ ਜਿਹੜੇ ਮੁਕਤੇ ਅੱਖਰ ਹੋਣਗੇ ਉਸਨੂੰ ਇੱਕ ਗਿਣਨਾ, ਜਾਂ ਸਿਹਾਰੀ ਵਾਲੇ ਵਰਨ ਹੋਣਗੇ ਜਿਨ੍ਹਾਂ ਨਾਲ ਸਿਹਾਰੀ ਲੱਗੀ ਉਹਨੂੰ ਵੀ ਇੱਕ ਗਿਣਨਾ, ਜਾਂ ਔਂਕੜ ਲੱਗਿਆ ਜਿੰਨਾ ਵੀ ਵਰਨਾਂ ਨਾਲ ਉਸਨੂੰ ਅਸੀਂ ਇੱਕ ਗਿਣਨਾ ਗਾ। ਅਤੇ ਇਸ ਤੋਂ ਬਿਨਾਂ ਜਿਹੜੇ ਗੁਰੂ ਵਰਨ ਨੇ ਉਹਦੇ ਵਿੱਚ ਬਾਕੀ ਸਾਰੇ ਲਗਾ ਮਾਤਰਾ ਵਾਲੇ ਵਰਨ ਆ ਜਾਂਦੇ ਨੇ। ਜਿਵੇਂ ਸਾਡੇ ਕੋਲੇ ਕੰਨੇ ਵਾਲੇ ਵਰਨ ਨੇ, ਬਿਹਾਰੀ ਵਾਲੇ ਵਰਨ ਨੇ, ਜਾਂ ਫਿਰ ਔਂਕੜ, ਦਲੈਂਕੜ, ਲਾਵਾਂ, ਦੁਲਾਵਾਂ, ਹੋੜੇ, ਕਨੌੜੇ ਵਾਲੇ ਵਰਨ ਨੇ, ਟਿੱਪੀ ਵਾਲੇ ਨੇ, ਅੱਧਕ ਵਾਲੇ ਨੇ। ਉਹਨਾਂ ਸਾਰਿਆਂ ਜੇ ਕਿਤੇ ਵੀ ਉਹ ਲੱਗੇ ਹੋਣਗੇ ਤਾਂ ਅਸੀਂ ਉਹਨਾਂ ਨੂੰ ਦੋ ਗਿਣਨਾ ਗਾ, ਕਿਉਂਕਿ ਲਘੂ ਦੀ ਮਾਤਰਾ ਇੱਕ ਗਿਣੀ ਜਾਂਦੀ ਹੈ ਤੇ ਗੁਰੂ ਦੀ ਮਾਤਰਾ ਦੋ ਗਿਣੀ ਜਾਂਦੀ ਹੈ। ਤਾਂ ਅਸੀਂ ਛੰਦਾਬੰਦੀ ਵਿੱਚ ਗਿਣਤੀ ਕਰਨ ਵੇਲੇ ਕਿ ਕਿੰਨੀਆਂ ਮਾਤਰਾ ਨੇ ਇੱਕ ਤੁਕ ਦੇ ਵਿੱਚ, ਤਾਂ ਉੱਥੇ ਜਿਹੜੇ ਲਘੂ ਨੇ, ਕਹਿਣ ਦਾ ਭਾਵ ਹੈ ਕਿ ਸਿਹਾਰੀ, ਔਂਕੜ ਤੇ ਮੁਕਤੇ ਤੋਂ ਬਿਨਾਂ ਜਿਹੜੇ ਬਾਕੀ ਸਾਰੇ ਲਗਾ ਮਾਤਰਾ ਲੱਗੀਆਂ ਹੋਈਆਂ ਤਾਂ ਅਸੀਂ ਉਸਦੀ ਗਿਣਤੀ ਦੋ ਕਰਨੀ ਹੈ ਇਹਨਾਂ ਸਾਰਿਆਂ ਦੀ। ਤੇ ਜੇ ਸਾਡੇ ਕੋਲੇ ਬਾਕੀ ਇੱਕ ਬਿੰਦੀ ਰਹਿ ਗਈ ਹੈ ਤਾਂ ਬਿੰਦੀ ਜਿਹੜੀ ਉਹ ਆਮ ਤੌਰ ਤੇ ਗੁਰੂ ਵਰਨਾਂ ਨਾਲ ਹੀ ਲੱਗਦੀ ਹੈ, ਇਸ ਦੀ ਮਾਤਰਾ ਨਹੀਂ ਗਿਣੀ ਜਾਂਦੀ। ਪਰੰਤੂ ਜੇਕਰ ਇਹ ਕਿਤੇ ਲਘੂ ਲਗਾਂ ਦੇ ਨਾਲ ਲੱਗੀ ਵੀ ਹੋਵੇ ਤਾਂ ਅਸੀਂ ਇਸਦੀ ਇੱਕ ਮਾਤਰਾ ਗਿਣਨੀ ਹੈ। ਕਹਿਣ ਦਾ ਭਾਵ ਹੈ ਕਿ ਜੇ ਮੁਕਤੇ ਨਾਲ ਜਾਂ ਸਿਹਾਰੀ ਨਾਲ ਜਾਂ ਔਂਕੜ ਨਾਲ ਬਿੰਦੀ ਲੱਗੀ ਹੋਵੇ ਤਾਂ ਇਸਦੀ ਇੱਕ ਮਾਤਰਾ ਗਿਣੀ ਜਾਂਦੀ ਹੈ। ਪਰੰਤੂ ਜੇ ਬਿੰਦੀ ਗੁਰੂ ਨਾਲ ਲੱਗੇ, ਕਹਿਣ ਦਾ ਭਾਵ ਹੈ ਬਿਹਾਰੀ, ਦਲੈਂਕੜ, ਹੋੜਾ, ਕਨੌੜਾ, ਟਿੱਪੀ ਨਾਲ ਲੱਗੇ ਤਾਂ ਇਸਦੀ ਜਿਹੜੀ ਮਾਤਰਾ ਉਹ ਨਹੀਂ ਗਿਣਨੀ। ਛੰਦਾਬੰਦੀ ਵਿੱਚ ਲਘੂ ਮਾਤਰਾ ਤੇ ਗੁਰੂ ਮਾਤਰਾ ਦੇ ਚਿੰਨ੍ਹ ਵੀ ਅਲੱਗ-ਅਲੱਗ ਪ੍ਰਚਲਿਤ ਨੇ। ਲਘੂ ਦੇ ਚਿੰਨ੍ਹ ਲਈ ਵਰਨਾਂ ਦੇ ਸਿਰ ਡੰਡੀ ਵਰਗਾ ਚਿੰਨ੍ਹ ਪਾਇਆ ਜਾਂਦਾ ਹੈ ਤੇ ਗੁਰੂ ਦੇ ਚਿੰਨ੍ਹ ਲਈ ਵਰਨਾਂ ਦੇ ਸਿਰ ਅੰਗਰੇਜ਼ੀ ਅੱਖਰ ਐਸ ਵਰਗਾ ਚਿੰਨ੍ਹ ਪਾਇਆ ਜਾਂਦਾ ਹੈ। ਜਿਵੇਂ ਅਸੀਂ ਇੱਥੇ ਵੇਖ ਸਕਦੇ ਹਾਂ ਸਾਡੇ ਕੋਲੇ ਲਘੂ ਤੇ ਗੁਰੂ ਦੇ ਚਿੰਨ੍ਹ ਦਰਸਾਏ ਗਏ ਨੇ। ਹੁਣ ਸਭ ਤੋਂ ਪਹਿਲਾਂ ਸਾਡੇ ਕੋਲੇ ਕਾਰ ਆ, ਇੱਥੇ ਕ ਤੇ ਰ, ਕੱਕਾ ਤੇ ਰਾਰਾ ਦੋਨੇ ਮੁਕਤੇ ਅੱਖਰ ਨੇ ਤਾਂ ਇਹਨਾਂ ਦੇ ਸਿਰ ਉੱਪਰ ਆਪਾਂ ਡੰਡੀ ਵਰਗਾ ਚਿੰਨ੍ਹ ਪਾਇਆ। ਸਿਰ, ਸੱਸੇ ਨੂੰ ਸਿਹਾਰੀ ਆ ਗਈ, ਸਿਹਾਰੀ ਵਾਲੇ ਵਰਨ ਵੀ ਆਪਾਂ ਇੱਕ ਮਾਤਰਾ ਗਿਣਨੀ ਹੈ, ਲਘੂ ਗਿਣਨੀ ਹੈ ਤਾਂ ਇੱਥੇ ਡੰਡੀ ਵਰਗਾ ਚਿੰਨ੍ਹ ਲਾਇਆ। ਜਾਂ ਸੁਰ, ਔਂਕੜ ਨੂੰ ਵੀ ਅਸੀਂ ਜਿਹੜਾ ਲਘੂ ਮਾਤਰਾ ਦੇ ਵਿੱਚ ਰੱਖਣਾ ਤੇ ਇਸ ਦੀ ਇੱਕ ਮਾਤਰਾ ਗਿਣਨੀ ਹੈ। ਤੇ ਬਾਕੀ ਜਿਹੜੇ ਗੁਰੂ ਚਿੰਨ੍ਹ ਨੇ, ਜਿਵੇਂ ਕੌਮੀ, ਇੱਥੇ ਕੱਕੇ ਨੂੰ ਕਨੌੜਾ ਲੱਗਿਆ ਹੋਇਆ ਤਾਂ ਇਸ ਨੂੰ ਇਸ ਨਾਲ ਦਰਸਾਇਆ ਸੀ ਕਿਉਂਕਿ ਇਹ ਇੱਕ ਗੁਰੂ ਵਰਨ ਹੈ, ਇਹਦੀਆਂ ਦੋ ਮਾਤਰਾ ਗਿਣਨੀਆਂ ਨੇ। ਬਿਹਾਰੀ ਵਾਲਾ, ਮੰਮੇ ਨੂੰ ਬਿਹਾਰੀ ਲੱਗੀ ਹੋਈ ਹੈ, ਇਸ ਨੂੰ ਵੀ ਅਸੀਂ ਗੁਰੂ ਵਿੱਚ ਰੱਖਣਾ। ਜੇ ਹੋੜਾ ਲੱਗਿਆ ਹੋਇਆ, ਧੱਦੇ ਨੂੰ ਹੋੜਾ ਲੱਗਿਆ ਜਾਂ ਖੱਖੇ ਨੂੰ ਕੰਨਾ ਲੱਗਿਆ, ਇਸ ਨੂੰ ਵੀ ਅਸੀਂ ਗੁਰੂ ਵਿੱਚ ਰੱਖਣਾ ਤੇ ਇਹਦੀਆਂ ਦੋ ਮਾਤਰਾ ਗਿਣਨੀਆਂ ਨੇ। 10 ਅਧਕ ਲੱਗਿਆ ਹੋਇਆ, ਇਸ ਨੂੰ ਵੀ ਅਸੀਂ ਜਿਹੜਾ ਗੁਰੂ ਦੇ ਵਿੱਚ ਹੀ ਰੱਖਣਾ ਗਾ, ਇਸ ਤਰ੍ਹਾਂ। ਤੇ ਨੈਕਸਟ ਸਾਡੇ ਕੋਲੇ ਗਾਣਾ ਜੀ। ਛੰਦ ਵਿਧਾਨ ਵਿੱਚ ਅੱਖਰਾਂ ਜਾਂ ਮਾਤਰਾ ਦੇ ਜੋੜ ਨੂੰ ਗਾਣਾ ਆਖਦੇ ਹਨ। ਛੰਦਕ ਚਾਲ ਬੰਨ੍ਹਣ ਲਈ ਗਣਾਂ ਦੀ ਕਾਢ ਕੱਢੀ ਗਈ ਹੈ। ਗਣ 8 ਪ੍ਰਕਾਰ ਦੇ ਹੁੰਦੇ ਹਨ, ਜਿਵੇਂ ਜਗਣ, ਮਗਣ, ਤਗਣ, ਗਗਨ, ਜਗਣ, ਭਗਣ, ਨਗਣ, ਸਗਣ। ਇਹ ਸਾਰੇ ਗਾਨੇ ਜੀ। ਗਣਾਂ ਦੇ ਇਹ ਵੀ
ਛੰਦਾਬੰਦੀ ਦਾ ਇੱਕ ਭਾਗ ਹੈ, ਇਹਨੂੰ ਅਸੀਂ ਕਹਿ ਸਕਦੇ ਹਾਂ ਛੰਦਾਬੰਦੀ ਦਾ ਹੀ ਇੱਕ ਹਿੱਸਾ ਨੇ। ਇਹਦੇ ਵਿੱਚ ਵੀ ਇੱਕ ਖਾਸ ਤਰ੍ਹਾਂ ਦੀ ਤਰਤੀਬ ਰੱਖੀ ਗਈ ਹੁੰਦੀ ਹੈ ਕਿ ਜਿਵੇਂ ਜਗਣ, ਜਿਵੇਂ ਅਸੀਂ ਐਗਜ਼ਾਮਪਲ ਲੈ ਲਈਏ ਜਗਣ ਦੀ, ਤਾਂ ਇਹਦੇ ਵਿੱਚ ਵੀ ਪਹਿਲਾਂ ਲਘੂ ਆਉਂਦਾ, ਫਿਰ 2 ਗੁਰੂ ਆਉਂਦੇ ਨੇ, ਪਹਿਲਾ ਲਘੂ ਫਿਰ ਗੁਰੂ ਗੁਰੂ, ਇਸ ਤਰ੍ਹਾਂ ਦੀ ਤਰਤੀਬ ਹੁੰਦੀ ਹੈ ਕਿ ਕਿੱਥੇ ਲਘੂ ਅੱਖਰ ਆਉਣਾ, ਕਿੱਥੇ ਗੁਰੂ ਅੱਖਰ ਆਉਣਾ। ਤਾਂ ਇਹਨਾਂ ਨੂੰ ਅੱਖਰਾਂ ਤੇ ਮਾਤਰਾਂ ਦੇ ਜੋੜ ਨੂੰ ਇਹ ਗਣ ਕਹਿ ਦਿੱਤਾ ਜਾਂਦਾ ਹੈਗਾ। ਨੈਕਸਟ ਸਾਡੇ ਕੋਲ ਤੁਕ ਜਾਂ ਕਲੀ ਆ ਜਾਂਦੀ ਹੈ। ਤੁਕ ਕੀ ਹੁੰਦੀ ਹੈ? ਛੰਦ ਦੀ ਇੱਕ ਪੂਰੀ ਸਤਰ ਨੂੰ, ਇੱਕ ਲਾਈਨ ਨੂੰ ਅਸੀਂ ਤੁਕ ਕਹਿੰਦੇ ਆ। ਤੇ ਵੱਖ-ਵੱਖ ਛੰਦਾਂ ਦੇ ਵਿੱਚ ਤੁਕਾਂ ਦੀ ਗਿਣਤੀ ਜਿਹੜੀ ਉਹ ਵੱਖ-ਵੱਖ ਹੁੰਦੀ ਹੈ। ਨੈਕਸਟ ਚਰਨ ਜਾਂ ਤੁਕਾਂਗ ਕਹਿ ਲਓ। ਇਹ ਕੀ ਹੁੰਦਾ ਹੈ? ਚਰਨ ਦਾ ਅਰਥ ਤਾਂ ਵੈਸੇ ਪੈਰ ਬੰਦ ਹੁੰਦਾ, ਪਰ ਛੰਦਾਬੰਦੀ ਵਿੱਚ ਕਵਿਤਾ ਦੀ ਤੁਕ ਵਿੱਚ ਜਿੱਥੇ ਠਹਿਰਾਓ ਆਉਂਦਾ ਹੈ ਉਸ ਹਿੱਸੇ ਨੂੰ ਚਰਨ ਕਿਹਾ ਜਾਂਦਾ ਹੈ। ਚਰਨ ਦਾ ਅਰਥ ਹੈ ਇੱਕ ਭਾਗ, ਇੱਕ ਚਰਨ। ਵੀ ਜਿਵੇਂ ਆਪਣੇ ਕੋਲ ਇੱਕ ਤੁਕ ਆ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਤਾਂ ਇੱਥੇ ਸ਼ਗਲ ਦੁਆਰ ਕੋ ਛਾੜ ਕੇ, ਇੱਥੇ ਅਸੀਂ ਥੋੜ੍ਹਾ ਠਹਿਰਾਓ ਲੈਂਦੇ ਹਾਂ, ਇੱਕ ਵਿਸ਼ਰਾਮ ਆਉਂਦਾ ਗਾ, ਇੱਥੇ ਥੋੜ੍ਹਾ ਰੁਕਦੇ ਹਾਂ, ਤਾਂ ਇਹ ਸਗਲ ਦੁਆਰ ਕੋ ਛਾੜ ਕੇ ਇੱਕ ਚਰਨ ਬਣ ਜਾਂਦਾ, ਕਿਉਂਕਿ ਇੱਥੇ ਇਸ ਤੋਂ ਬਾਅਦ ਥੋੜ੍ਹਾ ਵਿਸ਼ਰਾਮ ਆਉਂਦਾ। ਗਇਓ ਤੁਹਾਰੋ ਦੁਆਰ, ਇਹ ਇੱਕ ਅਲੱਗ ਚਰਨ ਬਣ ਜਾਂਦਾ, ਇੱਕ ਅਲੱਗ ਭਾਗ ਬਣ ਜਾਂਦਾ। ਭਾਵ ਜਿੱਥੇ ਵਿਸ਼ਰਾਮ ਆ ਗਿਆ ਉਦੋਂ ਪਹਿਲਾਂ ਇੱਕ ਚਰਨ ਬਣਦਾ, ਫਿਰ ਵਿਸ਼ਰਾਮ ਤੋਂ ਬਾਅਦ ਇੱਕ ਚਰਨ ਬਣਦਾ। ਨੈਕਸਟ ਅਸੀਂ ਵਿਸ਼ਰਾਮ ਬਾਰੇ ਜੇ ਗੱਲ ਕਰੀਏ ਤਾਂ ਛੰਦ ਵਿੱਚ ਤੁਕਾਂ ਦੇ ਵਿਚਾਲੇ ਜਾਂ ਅੰਤ ਉੱਤੇ ਜੋ ਠਹਿਰਾਓ ਆਉਂਦਾ ਉਸ ਨੂੰ ਵਿਸ਼ਰਾਮ ਕਹਿੰਦੇ ਆ। ਕਿਸੇ ਤੁਕ ਨੂੰ ਪੜ੍ਹਦੇ ਸਮੇਂ ਅਸੀਂ ਜਿੱਥੇ ਥੋੜ੍ਹਾ ਰੁਕਦੇ ਹਾਂ ਤਾਂ ਉੱਥੇ ਵਿਸ਼ਰਾਮ ਆਉਂਦਾ ਗਾ, ਉਸਨੂੰ ਜੋ ਠਹਿਰਾਓ ਆਉਂਦਾ ਉਸ ਨੂੰ ਅਸੀਂ ਵਿਸ਼ਰਾਮ ਕਹਿ ਦਿੰਦੇ ਹਾਂ। ਨੈਕਸਟ ਤੁਕਾਂਤ। ਤੁਕਾਂਤ ਦਾ ਭਾਵ ਹੁੰਦਾ ਤੁਕ ਦਾ ਅੰਤ। ਛੰਦ ਦੀ ਹਰ ਤੁਕ ਦੇ ਅੰਤ ਵਿੱਚ ਮਿਲਦੀ ਜੁਲਦੀ ਆਵਾਜ਼ ਪੈਦਾ ਕਰਨ ਵਾਲੇ ਸ਼ਬਦਾਂ ਨੂੰ ਤੁਕਾਂਤ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਜਿਵੇਂ ਕਿਸੇ ਵੀ ਤੁਕ ਦੇ ਅੰਤ ਵਿੱਚ ਜਿਵੇਂ ਅਸੀਂ ਦੇਖਦੇ ਹਾਂ ਕਿ ਨੂਰ, ਬੂਰ, ਪੂਰ, ਇਸ ਤਰ੍ਹਾਂ ਦੇ ਸ਼ਬਦ ਜਿਹੜੇ ਉਹ ਤੁਕਾਂਤ ਹੁੰਦੇ ਨੇ, ਤੁਕਾਂਤ ਮਿਲਿਆ ਹੋਇਆ ਹੁੰਦਾ ਗਾ ਉਹ। ਤੇ ਜੇ ਅਸੀਂ ਗਤੀ ਦੀ ਗੱਲ ਕਰੀਏ ਤਾਂ ਤੁਕ ਵਿੱਚ ਸ਼ਬਦਾਂ ਦੀ ਜੜਤ ਨਾਲ ਬੇਰੋਕ ਰਵਾਨੀ ਜਾਂ ਸਰਲਤਾ ਪੈਦਾ ਹੁੰਦੀ ਹੈ, ਇਸ ਨੂੰ ਗਤੀ ਕਹਿੰਦੇ ਆ। ਕਿ ਇੱਕ ਖਾਸ ਗਤੀ ਵਿੱਚ ਜਿਵੇਂ ਅਸੀਂ ਕਵਿਤਾ ਪੜ੍ਹਦੇ ਹਾਂ ਕਿ ਇੱਕ ਸ਼ਬਦਾਂ ਦੀ ਜੜਤ ਇਸ ਤਰ੍ਹਾਂ ਨਾਲ ਹੋਵੇ ਕਿ ਅਸੀਂ ਬੇਰੋਕ ਉਸ ਕਵਿਤਾ ਨੂੰ ਪੜ੍ਹਦੇ ਜਾਈਏ, ਇੱਕ ਰਵਾਨੀ ਦੇ ਵਿੱਚ ਅਸੀਂ ਉਸਨੂੰ ਪੜ੍ਹਦੇ ਜਾਈਏ, ਤਾਂ ਉਹ ਗਤੀ ਹੁੰਦੀ ਹੈ। ਤਾਂ ਉਮੀਦ ਹੈ ਕਿ ਤੁਹਾਨੂੰ ਛੰਦ ਬਾਰੇ ਪਤਾ ਲੱਗ ਗਿਆ ਹੋਊਗਾ ਕਿ ਕਿਸ ਤਰ੍ਹਾਂ ਛੰਦ ਯੁਕਤ ਕਵਿਤਾ ਦੇ ਵਿੱਚ ਵਰਨਾਂ ਜਾਂ ਫਿਰ ਮਾਤਰਾਂ ਦੀ ਗਿਣਤੀ ਕਰਕੇ ਉਸਨੂੰ ਇੱਕ ਨਿਸ਼ਚਿਤ ਤਰਤੀਬ ਦਿੱਤੀ ਜਾਂਦੀ ਹੈ, ਜਿਸ ਤੇ ਉਸਦੇ ਵਿੱਚ ਇੱਕ ਖਾਸ ਵਜਨ, ਤੋਲ ਤੇ ਤੁਕਾਂਤ ਹੁੰਦਾ ਗਾ। ਧੰਨਵਾਦ।